हाँ जी, सत श्री अकाल जी सारिਆਂ ਨੂੰ। मैं मनप्रीत एंड वेलकम है ਤੁਹਾਡਾ ਨਰਸਿੰਗ ਸਕੂਪ YouTube ਚੈਨਲ ਤੇ। ਸੋ ਆਈ ਹੋਪ ਕੱਲ ਦੀ ਵੀਡੀਓ 'ਚ ਤੁਹਾਡੇ ਜੋ ਡਾਊਟ ਸੀਗੇ ਉਹ ਕਲੀਅਰ ਹੋ ਗਏ ਹੋਣਗੇ ਐਂਡ 네ਗੇਟਿਵ ਮਾਰਕਿੰਗ ਦੇ ਜੋ ਪੁਆਇੰਟਰਸ ਮੈਂ ਤੁਹਾਨੂੰ ਦੱਸੇ ਸੀਗੇ ਉਹਨਾਂ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਿਓ। ਐਂਡ ਕੁਝ ਕੁ ਕਮੈਂਟਸ ਆ ਰਹੇ ਸੀਗੇ ਕਿ ABG ਐਨਾਲਿਸਿਸ ਦੇ ਉੱਤੇ ਕਲੈਰਿਟੀ ਦੇ ਦਿਓ ਟੌਪਿਕ ਤੇ। ਸੋ ਮੇਰੇ ਕੋਲ ਇਸ ਟਾਈਮ ਤੇ PPTs ਨਹੀਂ ਹੈਗੀਆਂ, ਇੰਨਾ ਟਾਈਮ ਨਹੀਂ ਹੈਗਾ ਇਹ PPTs ਕ੍ਰੀਏਟ ਕਰਨ ਦਾ। ਤਾਂ ਮੈਂ ਨੋਟਬੁੱਕ ਦੇ ਉੱਤੇ ਤੁਹਾਨੂੰ ਲੈ ਕੇ ਚੱਲਦੀ ਹਾਂ ਐਂਡ ਉੱਥੇ ਆਪਾਂ ABG ਐਨਾਲਿਸਿਸ ਦੇ ਵਿੱਚ ਜਿੱਦਾਂ ਦੇ ਵੀ ਕੁਐਸਚਨਸ ਪੁੱਛੇ ਜਾਂਦੇ ਐਗਜ਼ਾਮ ਦੇ ਵਿੱਚ ਉਹ ਆਪਾਂ ਜਲਦੀ ਜਲਦੀ ਦੇਖ ਲੈਂਦੇ ਆ। ਐਂਡ ਆਈ ਹੋਪ ਕਿ ਜੋ ਵੀ ਮੈਂ ਤੁਹਾਨੂੰ ਪੁਆਇੰਟਰਸ ਦੱਸੇ ਸੀਗੇ ਤੁਸੀਂ ਉਹ ਆਪਣੇ ਮਾਈਂਡ 'ਚ ਰੱਖ ਕੇ ਪੇਪਰ ਨੂੰ ਅਟੈਂਪਟ ਕਰੋਗੇ। ਸੋ ਚਲੋ ਪਹਿਲਾਂ ਹੁਣ ਆਪਾਂ ਨੋਟਬੁੱਕ ਤੇ ਆਪਣਾ ABG ਐਨਾਲਿਸਿਸ ਵਾਲਾ ਟੌਪਿਕ ਇੱਕ ਵਾਰੀ ਦੇਖ ਲੈਂਦੇ ਆ। ਆ ਜਾਓ ਜੀ, ਚਲੋ ਆਪਾਂ ਸਟਾਰਟ ਕਰਦੇ ਹਾਂ। ABG ਐਨਾਲਿਸਿਸ ਜਾਂ ਜਿਹਨੂੰ ਤੁਸੀਂ ABG ਇੰਟਰਪ੍ਰੀਟੇਸ਼ਨ ਵੀ ਕਹਿ ਸਕਦੇ ਆ। ਇਟ ਇਜ਼ ਦਾ ਆਰਟਰੀਅਲ ਬਲੱਡ ਗੈਸ ਐਨਾਲਿਸਿਸ। ਠੀਕ ਹੈ, ਸੋ ਇਹਦੇ ਵਿੱਚ ਸਭ ਤੋਂ ਜੋ ਮੋਸਟ ਇੰਪੋਰਟੈਂਟ ਚੀਜ਼ ਹੈ ਯਾਦ ਰੱਖਣ ਵਾਲੀ, ਸਭ ਤੋਂ ਈਜ਼ੀ ਮੈਥਡ ਹੈਗਾ ਆ ਇੰਟਰਪ੍ਰੀਟੇਸ਼ਨ ਦਾ, ਉਹ ਹੈਗਾ ਰੋਮ। ਰੋਮ ਦਾ ਮਤਲਬ ਕੀ ਆ? ਰੈਸਪੀਰੇਟਰੀ ਆਪੋਜ਼ਿਟ। ਠੀਕ ਹੈ, RONME ਇਹਦਾ ਮਤਲਬ ਹੈਗਾ ਆ ਮੈਟਾਬੋਲਿਕ ਇਕੁਅਲ। ਰੈਸਪੀਰੇਟਰੀ ਆਪੋਜ਼ਿਟ ਆ, ਮੈਟਾਬੋਲਿਕ ਇਕੁਅਲ ਆ। ਹੁਣ ਕੀ ਆਪੋਜ਼ਿਟ ਆ, ਕੀ ਇਕੁਅਲ ਆ, ਆਪਾਂ ਉਹ ਫਰਦਰ ਦੇਖਦੇ ਹਾਂ। ਠੀਕ ਹੈ ਜੀ, ਸੋ ਸਭ ਤੋਂ ਪਹਿਲਾਂ ਤਾਂ ਜੋ ਇੰਪੋਰਟੈਂਟ ਰੋਲ ਪਲੇ ਕਰਦਾ ਆ ਉਹ ਹੈਗਾ pH। ਠੀਕ ਹੈ, pH ਰੈਸਪੀਰੇਟਰੀ 'ਚ ਵੀ ਤੁਸੀਂ ਦੇਖਣੀ ਆ ਐਂਡ ਮੈਟਾਬੋਲਿਕ 'ਚ ਵੀ ਤੁਸੀਂ pH ਲੈਵਲ ਚੈੱਕ ਕਰਨਾ ਹੁੰਦਾ। ਠੀਕ ਹੈ, ਨੈਕਸਟ ਜੋ ਸੈਕਿੰਡ ਮੋਸਟ ਇੰਪੋਰਟੈਂਟ ਚੀਜ਼ ਆ ਰੈਸਪੀਰੇਟਰੀ ਦੇ ਵਿੱਚ, ਰੈਸਪੀਰੇਟਰੀ ਚਾਹੇ ਐਸਿਡੋਸਿਸ ਹੋਵੇ ਚਾਹੇ ਐਲਕਲੋਸਿਸ ਹੋਵੇ, ਉਹ ਹੈਗਾ ਪਾਰਸ਼ੀਅਲ ਪ੍ਰੈਸ਼ਰ ਆਫ ਕਾਰਬਨ ਡਾਈਆਕਸਾਈਡ। ਠੀਕ ਹੈ, ਐਂਡ ਇਨ ਕੇਸ ਆਫ ਮੈਟਾਬੋਲਿਕ ਤੁਸੀਂ ਕੀ ਚੈੱਕ ਕਰਨਾ pH ਦੇ ਨਾਲ ਬਾਈਕਾਰਬੋਨੇਟ ਆਇਨ ਦਾ ਲੈਵਲ। ਠੀਕ ਹੈ, ਹੁਣ ਆਪੋਜ਼ਿਟ ਦਾ ਮਤਲਬ ਕੀ ਆ ਕਿ ਅਗਰ pH ਇਨਕਰੀਜ਼ ਹੋਊਗੀ ਤਾਂ CO2 ਡਿਕਰੀਜ਼ ਹੋਣਾ, pH ਡਿਕਰੀਜ਼ ਆ ਤਾਂ CO2 ਇਨਕਰੀਜ਼ ਹੋਣਾ। ਮੈਟਾਬੋਲਿਕ ਚਾਹੇ ਐਸਿਡੋਸਿਸ ਹੋਵੇ ਚਾਹੇ ਐਲਕਲੋਸਿਸ ਹੋਵੇ, ਅਗਰ pH 1 'ਚ ਡਿਕਰੀਜ਼ ਹੋ ਰਹੀ ਆ ਦੈਨ ਜੋ ਬਾਈਕਾਰਬੋਨੇਟ ਲੈਵਲ ਆ ਉਹ ਵੀ ਡਿਕਰੀਜ਼ ਹੋਊਗਾ। ਅਗਰ pH ਇਨਕਰੀਜ਼ ਹੋ ਰਹੀ ਆ ਬਾਈਕਾਰਬੋਨੇਟ ਲੈਵਲ ਵੀ ਇਨਕਰੀਜ਼ ਹੋਊਗਾ। ਠੀਕ ਹੈ, ਇਸ ਕਰਕੇ ਆਪਾਂ ਇਹਨੂੰ ਮੈਟਾਬੋਲਿਕ ਇਕੁਅਲ ਕਰਕੇ ਯਾਦ ਕਰਨਾ ਆ ਐਂਡ ਰੈਸਪੀਰੇਟਰੀ 'ਚ ਆਪੋਜ਼ਿਟ ਹੁੰਦੇ ਆ, ਏਦਾਂ ਕਰਕੇ ਯਾਦ ਕਰਨਾ। ਠੀਕ ਆ, ਸੋ ਹੁਣ ਆਪਾਂ ਦੇਖਦੇ ਹਾਂ ਨੋਰਮਲ pH ਲੈਵਲ ਕਿੰਨਾ ਹੁੰਦਾ। ਸੋ ਨੋਰਮਲ ਜੋ pH ਲੈਵਲ ਹੁੰਦਾ ਡੈਟ ਇਜ਼ ਦੀ 7.35 to 7.45। ਠੀਕ ਹੈ, ਇਹ ਹੈਗੀ ਨੋਰਮਲ ਵੈਲਿਊ। 7.35 to 7.45 ਹੋਣਾ ਚਾਹੀਦਾ। ਹੁਣ ਅਗਰ 7.35 ਜਾਂ ਇਸ ਤੋਂ ਡਿਕਰੀਜ਼ ਆ, ਲੋ ਆ, ਦੈਨ ਉਹ ਕੇਸ ਹੋਊਗਾ ਐਸਿਡੋਸਿਸ ਦਾ। ਠੀਕ ਆ, ਐਂਡ ਅਗਰ 7.45 ਤੋਂ ਜ਼ਿਆਦਾ ਆ ਦੈਨ ਉਹ ਕੇਸ ਹੋਊਗਾ ਐਲਕਲੋਸਿਸ ਦਾ। ਠੀਕ ਆ ਜੀ, ਸੋ ਅਗਰ 7.35 ਤੋਂ ਇੱਧਰ ਘੱਟ ਵੱਲ ਜਾ ਰਹੇ ਆ ਐਸਿਡੋਸਿਸ ਆ, ਜ਼ਿਆਦਾ ਵੱਲ ਜਾ ਰਹੇ ਆ ਤਾਂ ਐਲਕਲੋਸਿਸ ਆ। ਠੀਕ ਆ, ਅੱਗੇ ਆ ਜਾਂਦਾ ਪਾਰਸ਼ੀਅਲ ਪ੍ਰੈਸ਼ਰ ਆਫ CO2 ਕਿੰਨਾ ਹੁੰਦਾ, ਕਾਰਬਨ ਡਾਈਆਕਸਾਈਡ। ਸੋ ਜੋ ਨੋਰਮਲ ਪਾਰਸ਼ੀਅਲ ਪ੍ਰੈਸ਼ਰ ਕਾਰਬਨ ਡਾਈਆਕਸਾਈਡ ਦਾ ਹੁੰਦਾ ਉਹ ਹੈਗਾ 35 to 45 mm ਮਰਕਰੀ। ਠੀਕ ਹੈ, ਸੋ ਇੱਥੋਂ ਯਾਦ ਕਰ ਲਓ 35 45 ਵਾਲੀ ਵੈਲਿਊ ਸੇਮ ਹੀ ਆ। 35 to 45 mm ਮਰਕਰੀ ਨੋਰਮਲ ਲੈਵਲ ਹੈਗਾ ਪਾਰਸ਼ੀਅਲ ਪ੍ਰੈਸ਼ਰ ਆਫ CO2 ਦਾ। ਠੀਕ ਆ ਜੀ, ਸੋ ਅੱਗੇ ਜੋ ਬਾਈਕਾਰਬੋਨੇਟ ਲੈਵਲ ਆ ਉਹ ਵੀ ਆਪਾਂ ਦੇਖਦੇ ਹਾਂ ਕਿ ਨੋਰਮਲ ਕਿੰਨਾ ਹੁੰਦਾ। ਸੋ ਜੋ ਬਾਈਕਾਰਬੋਨੇਟ ਲੈਵਲ ਨੋਰਮਲ ਵੈਲਿਊ ਹੈਗੀ ਆ ਡੈਟ ਇਜ਼ 22 to 27 ਮਿਲੀ ਇਕੁਇਵਲੈਂਟ ਪਰ ਲੀਟਰ। ਸੋ ਇਹ ਤਿੰਨ ਵੈਲਿਊਜ਼ ਤੁਸੀਂ ਯਾਦ ਰੱਖਣੀਆਂ, ਇਹ ਤੁਹਾਨੂੰ ਕਰਨੀਆਂ ਹੀ ਪੈਣੀਆਂ। pH ਲੈਵਲ 7.35 to 45, ਇਸ ਤੋਂ ਡਿਕਰੀਜ਼ ਹੁੰਦੀ ਤਾਂ ਐਸਿਡੋਸਿਸ ਹੋਊਗਾ, ਇਸ ਤੋਂ ਇਨਕਰੀਜ਼ ਹੁੰਦੀ ਹੈ ਤਾਂ ਐਲਕਲੋਸਿਸ ਹੋਊਗਾ। ਨੋਰਮਲ CO2 ਕਿੰਨਾ ਹੁੰਦਾ 35 to 45। ਨੋਰਮਲ ਬਾਈਕਾਰਬੋਨੇਟ ਲੈਵਲ ਕਿੰਨਾ ਹੁੰਦਾ 22 to 27 ਮਿਲੀ ਇਕੁਇਵਲੈਂਟ ਪਰ ਲੀਟਰ। ਠੀਕ ਹੈ ਜੀ, ਸੋ ਹੁਣ ਆਪਾਂ ਇੱਥੇ ਆ ਜਾਂਦੇ ਸਾਡੇ 4 ਸਿਨੈਰੀਓ ਬਣਨੇ ਆ। ਠੀਕ ਹੈ, ਇੱਕ ਸਿਨੈਰੀਓ ਤੁਹਾਡਾ ਬਣਨਾ ਆ ਰੈਸਪੀਰੇਟਰੀ ਐਸਿਡੋਸਿਸ ਦਾ। ਠੀਕ ਹੈ ਜੀ, ਇੱਕ ਸਿਨੈਰੀਓ ਤੁਹਾਡਾ ਬਣਨਾ ਆ ਰੈਸਪੀਰੇਟਰੀ ਐਲਕਲੋਸਿਸ ਦਾ। ਏਦਾਂ ਹੀ ਸੇਮ ਤੁਹਾਡਾ ਇੱਧਰ ਮੈਟਾਬੋਲਿਕ ਐਸਿਡੋਸਿਸ ਵੀ ਹੋ ਸਕਦਾ ਐਂਡ ਮੈਟਾਬੋਲਿਕ ਐਲਕਲੋਸਿਸ ਵੀ ਹੋ ਸਕਦਾ। ਹੁਣ ਆਪਾਂ ਸਾਰਾ ਇਹ ਦੇਖਣਾ ਕਿ ਕਿੰਨੀ ਕਿਹੜੀ ਵੈਲਿਊ ਹੋਊਗੀ ਤਾਂ ਇਹ ਸਾਰੀਆਂ 4 ਕੰਡੀਸ਼ਨਸ ਬਣਨਗੀਆਂ। ਸੋ ਐਸਿਡੋਸਿਸ ਇੱਕ pH ਵੈਲਿਊ ਆਊਗੀ, ਇੱਕ ਆਊਗਾ ਤੁਹਾਡਾ ਪਾਰਸ਼ੀਅਲ ਪ੍ਰੈਸ਼ਰ ਆਫ CO2। ਠੀਕ ਆ, ਇੱਥੇ ਵੀ pH ਹੀ ਆਣੀ ਆ ਐਂਡ ਪਾਰਸ਼ੀਅਲ ਪ੍ਰੈਸ਼ਰ ਆਫ CO2 ਆਣਾ।
सो जब एसिडोसिस होगा मैं तुहानूं पहले ही दसी है पीएच डिक्रीज होनी आ। सो पीएच इत्थे डिक्रीज होगी। हुण इत्थे ऑपोजिट आ तो इत्थे जो कार्बन डाइऑक्साइड लैवल होगा वो इंक्रीज होगा। ठीक है, हो गया इजीली ऑपोजिट आ। सो एसिडोसिस च सानूं पता ही है कि एसिडोसिस च डिक्रीज होना 7.35 तो CO2 इंक्रीज हो जाना बिकॉज रेस्पिरेटरी ऑपोजिट आ। एल्केलोसिस च की होना जो पीएच आ 7.45 तो इंक्रीज होएगी। ठीक है, एंड जो कार्बन डाइऑक्साइड आ ऑपोजिट होने करके वो डिक्रीज हो जानी है। ठीक है, ये वैल्यू तुसीं फाइंड आउट करनी है जो तुहानूं स्टेटमेंट दित्ती होगी एंड तुहाडा ईजीली आंसर सॉल्व हो जाना। अगे इधर आ जांदा मेटाबॉलिक एसिडोसिस एंड मेटाबॉलिक एल्केलोसिस। इत्थे पीएच आना एंड बाइकार्बोनेट लैवल आ जाना, पीएच एंड बाइकार्बोनेट। सो पीएच एसिडोसिस च तुहानूं पता ही आ डिक्रीज होनी आ। ठीक है, एंड मेटाबॉलिक इक्वल आ तो इत्थे बाइकार्बोनेट लैवल भी डिक्रीज हो जाना, सेम है। ठीक है, सेम रहने, इक्वल रहने आ। दैन इत्थे पीएच जो हैगी एल्केलोसिस इंक्रीज होनी आ। ठीक है, 7.45 तो इत्थे इंक्रीज आ एंड इक्वल होने करके इत्थे बाइकार्बोनेट लैवल भी तुहानूं इक्वल दिखणगे। ठीक है, सो देखो कितना ईजी हैगा आ। एक तुसीं रोम याद रखना एंड ये वैल्यूज 3 याद रखनियां, ईजीली तुहाडा क्वेश्चन सॉल्व हो जाना। बस ये शीट दा तुसीं स्क्रीनशॉट ले लो। रोम रेस्पिरेटरी ऑपोजिट, मेटाबॉलिक इक्वल, वैल्यूज याद रखो 7.35 तो घट है तो एसिडोसिस, इस तो ज्यादा है तो एल्केलोसिस आ। पार्शियल प्रेशर ऑफ CO2 35 to 45 आ। बाइकार्बोनेट लेवल 22 to 27 आ। ठीक है, इत्थे देखो रेस्पिरेटरी एसिडोसिस पीएच डिक्रीज होनी क्योंकि एसिडोसिस आ, ऑपोजिट होने करके तुहानूं कार्बन डाइऑक्साइड लेवल इंक्रीज मिलूगा। सिमिलरली तुहानूं मैं 4 सिचुएशंस दस दित्तियां। ठीक है जी, सो एक तो क्वेश्चन इदां पूछा जा सकता है। ठीक है, आपां इत्थे मॉसबी दी बुक हैगी आ, ओहदे तो एक बार देख लैंदे आ किदां क्वेश्चन आंदा पेपर दे विच। सो ये क्वेश्चन हैगा आर्ट्रियल ब्लड गैस रिपोर्ट इंडिकेट्स पेशेंट पीएच इज 7.25। सो 7.25 की डिक्रीज आ। ठीक है, बिकॉज नॉर्मल कितनी आ 7.35 to 7.45 आ। सो इत्थे पीएच की होगी तुहाडी डिक्रीज आ। पार्शियल प्रेशर ऑफ CO2 हैगा 35। सो ये तो ठीक है बिकॉज 35 to 45 तक हुंदा। सो CO2 लैवल इत्थे बिल्कुल सही आ। देन बाइकार्बोनेट लैवल हैगा आ 20। सो नॉर्मल कितना मैं तुहानूं दस्सिया सी 22 to 27 मिली इक्विवेलेंट आ। सो इत्थे की हो गया एसिडोसिस दी कंडीशन बनदी आ बिकॉज पीएच डिक्रीज आ एंड जो मेटाबॉलिक इक्वल हुंदा आ। सो ये कंडीशन बननी है तुहाडी मेटाबॉलिक एसिडोसिस। ठीक है, एसिडोसिस आ एंड बाइकार्बोनेट लैवल इत्थे डिक्रीज होया पिया। सो दोनों ही डिक्रीज आ एंड मेटाबॉलिक इक्वल आ। ठीक है, सो दोनों ही डिक्रीज आ तो केड़ा केस होना मेटाबॉलिक एसिडोसिस दा। ठीक है, सो इत्थे राइट आंसर सीगा इहदा ऑप्शन ए। ठीक है, सो इदां करके क्वेश्चन तुहानूं मोस्टली आंदे आ। हाँ जी, सो ये सीगी एबीजी इंटरप्रिटेशन। हुण इस तो बाद आपां कुछ कंडीशंस देखांगे जिन्हां दे विच रेस्पिरेटरी एसिडोसिस और एल्केलोसिस हो सकता है एंड तुसीं ये याद रखनिया बिकॉज इहदे उपर भी कई बार क्वेश्चन आ जांदा है। लाइक रीसेंटली बाबा फरीद यूनिवर्सिटी ने पूछा सीगा कि इन केस ऑफ डायबिटिक कीटोएसिडोसिस इन्हां चारां चों किहड़ी कंडीशन हो सकदी है। सो उत्थे आंसर बनदा सीगा मेटाबॉलिक एसिडोसिस। सो ये स्क्रीनशॉट ले लो, इनू याद रख लियो सारा। सो सब तो पहला आपां देख लेने रेस्पिरेटरी एसिडोसिस। सो रेस्पिरेटरी एसिडोसिस क्यों होगा? इन केस ऑफ इनएडिक्वेट वेंटिलेशन, इन केस ऑफ रेस्पिरेटरी ऑब्स्ट्रक्शन लाइक एस्थमा वाली कंडीशन एंड इंपेयर्ड गैस एक्सचेंज। सो इन्हां सारियां कंडीशंस दे विच की आ जो CO2 लैवल आ बॉडी दे विच इंक्रीज हुंदा आ। ठीक है, सो CO2 लैवल इंक्रीज होगा मीनस कि गैस एसिडिक आ। सो की होगा रेस्पिरेटरी एसिडोसिस ही होना। जे इदां नहीं भी याद रहंदा तुसीं रोम वाला मैथड लगा के इहनूं सॉल्व कर लेना। सो नेक्स्ट हैगा रेस्पिरेटरी एल्केलोसिस। सो रेस्पिरेटरी एल्केलोसिस होगा इन केस ऑफ हाइपर वेंटिलेशन। सो हाइपर वेंटिलेशन कदों होगी? जदों एंजाइटी च होगा पेशेंट जां पैनिक अटैक होगा। सो पैनिक अटैक हुंदा ना कि लंबे लंबे साह लैंदा बंदा, सो वो होगा हाइपर वेंटिलेशन एंड हाइपर वेंटिलेशन च रेस्पिरेटरी एल्केलोसिस होगा। एंड सेकंड सिनेरियो हैगा इन केस ऑफ एक्सेसिव मैकेनिकल वेंटिलेशन च भी रेस्पिरेटरी एल्केलोसिस हो सकता है। देन रेस्पिरेटरी एसिडोसिस कदों देखण नूं मिलूगा? सो इट कैन बी सीन in case of acute renal failure, in case of starvation, in case of dieting, in case of diabetic ketoacidosis and condition which leads to loss of the bicarbonate ions means in case of diarrhea। ठीक है जी। एंड ਇਹਦਾ जो मेटाबॉलिक एसिडोसिस एक होर क्वेश्चन बनता हुंदा है कि ਕਿਹੜਾ रेस्पिरेटरी पैटर्न देखण ਨੂੰ ਮਿਲਦਾ। सो डेट इज एक स्मॉल रेस्पिरेशन। सो ਜਿਹਦੇ ਵਿੱਚ ਹੁੰਦੀ ਹੈ ਡੀਪ ਐਂਡ ਰੈਪਿਡ ਬਰੀਥਿੰਗ। ਸੋ ਵਾਈਟਲ ਸਾਈਨਸ ਦੇ ਵਿੱਚ ਮੈਂ रेस्पिरेटरी पैटर्न ਜਿਹੜੇ ਅਬਨੋਰਮਲ ਹੈਗੇ ਉਹ ਸਾਰੇ ਡਿਸਕਸ ਕੀਤੇ ਸੀਗੇ। ਸੋ ਆਈ ਹੋਪ ਤੁਸੀਂ ਉਹ ਵੀਡੀਓ ਦੇਖੀ ਹੋਗੀ ਵਾਈਟਲ ਸਾਈਨ ਵਾਲੀ। ਅਗਰ ਨਹੀਂ ਦੇਖੀ ਦੈਨ ਮਸਟ ਵਾਚ ਦੈਟ ਵੀਡੀਓ।
सो नेक्स्ट हैगा मेटाबॉलिक एल्केलॉसिस। सो मेटाबॉलिक एल्केलॉसिस क्यों होगा? ड्यू टू लॉस ऑफ द गैस्ट्रिक जूसेस। इट कैन बी इन केस ऑफ वॉमिटिंग, एक्सेसिव वॉमिटिंग, देन नेजोगैस्ट्रिक डीकम्प्रेशन एंड गैस्ट्रिक लवाज। ठीक है जी। And it can be due to the excessive ingestion of alkaline drugs like sodium bicarbonate and with the use of excessive diuretics। ठीक है। ਸੋ ਇਹ ਹੈਗੀਆਂ ਕੰਡੀਸ਼ਨਸ ਜਿਹਦੇ ਵਿੱਚ ਤੁਹਾਨੂੰ ਰੈਸਪੀਰੇਟਰੀ ਐਸਿਡੋਸਿਸ ਔਰ ਐਲਕੇਲੋਸਿਸ ਜਾਂ ਮੈਟਾਬੋਲਿਕ ਐਸਿਡੋਸਿਸ ਔਰ ਐਲਕੇਲੋਸਿਸ ਦੇਖਣ ਨੂੰ ਮਿਲ ਸਕਦਾ ਹੈ। ਐਂਡ ਕਈ ਵਾਰੀ ਇੱਥੇ ਕੁਐਸਚਨ ਵੀ ਫਰੇਮ ਹੋ ਜਾਂਦਾ ਆ। ਐਂਡ ਇਹਦੇ ਨਾਲ ਨਾਲ ਆ ਹੈਗੀ ਆ ABG ਇੰਟਰਪ੍ਰੀਟੇਸ਼ਨ। ਆਈ ਹੋਪ ਤੁਹਾਨੂੰ ਬਹੁਤ ਵਧੀਆ ਤਰ੍ਹਾਂ ਨਾਲ ਹੁਣ ਸਮਝ ਆ ਗਈ ਹੋਊਗੀ। ਐਂਡ ਅਗਰ ਇਹ ਕੁਐਸਚਨ ਆ ਜਾਂਦਾ ਆ ਜੋ ਕਿ ਮੋਸਟ ਇੰਪੋਰਟੈਂਟ ਹੈ, ਚਾਂਸਸ ਇਹਦੇ ਆਣ ਦੇ, ਤੁਸੀਂ ਈਜ਼ੀਲੀ ਇਹਨੂੰ ਸੋਲਵ ਕਰ ਲਓਗੇ। ਠੀਕ ਆ ਜੀ। Okay, so that's all about the ABG interpretation and conditions which can lead to the acid-base imbalance. So I hope इस topic ਦੀ ਤੁਹਾਨੂੰ clarity ਹੋ ਗਈ ਹੋਏਗੀ। and ਅਗਰ exam ਦੇ ਵਿੱਚ question ਆ ਜਾਂਦਾ ਆ then ਤੁਸੀਂ ਬਹੁਤ easily ਉਹਨੂੰ solve ਕਰਕੇ ਆਉਂਗੇ। ਐਂਡ ਬਹੁਤ ਸਾਰੇ ਸਟੂਡੈਂਟਸ ਕਮੈਂਟ ਕਰ ਰਹੇ ਸੀਗੇ ਕਿ ਤੁਸੀਂ ਇੱਕ ਦੋ ਵੀਡੀਓ ਦੇ ਵਿੱਚ ਜੋ ਮੋਸਟ ਇੰਪੋਰਟੈਂਟ ਕੁਐਸਚਨਸ ਆ ਉਹ ਡਿਸਕਸ ਕਰ ਦੋ। ਬਟ ਅਕੋਰਡਿੰਗ ਟੂ ਮੀ ਕਦੇ ਵੀ ਕੁਐਸਚਨਸ ਇੰਪੋਰਟੈਂਟ ਨਹੀਂ ਹੁੰਦੇ, ਇੰਪੋਰਟੈਂਟ ਕਨਸੈਪਟਸ ਹੁੰਦੇ ਆ। ਅਗਰ ਕਨਸੈਪਟ ਕਲੀਅਰ ਹੈਗੇ ਆ ਦੈਨ ਕੁਐਸਚਨ ਕਿਸੇ ਵੀ ਫਾਰਮ ਚ ਆ ਸਕਦਾ ਆ। ਹੁਣ ਅੱਜ ਕੱਲ ਦਾ ਜੋ ਟਾਈਮ ਹੈਗਾ ਆ, ਕੁਐਸਚਨ ਕਦੇ ਵੀ ਇੱਕ ਬੁੱਕ ਤੋਂ ਨਹੀਂ ਤੁਸੀਂ ਪੜ੍ਹ ਕੇ ਜਾ ਸਕਦੇ ਕਿ ਆਪਾਂ ਇੱਕ ਬੁੱਕ ਕਰ ਲਈ ਆ ਸਾਨੂੰ ਉਹਦੇ ਚੋਂ ਹੀ ਸਾਰਾ ਪੇਪਰ ਆ ਜਾਊਗਾ। ਆਨਲਾਈਨ ਬਹੁਤ ਰਿਸੋਰਸਸ ਪਏ ਆ, MCQs ਬੈਂਕ ਇੰਨੀਆਂ ਪਈਆਂ ਆ, ਕੁਐਸਚਨ ਕਿਤਿਓਂ ਵੀ ਚੱਕ ਕੇ ਤੁਹਾਨੂੰ ਪੁੱਛਿਆ ਜਾ ਸਕਦਾ ਆ। ਤੁਸੀਂ ਆਪਣੇ ਕਨਸੈਪਟ ਕਲੀਅਰ ਕਰਕੇ ਜਾਣੇ ਆ ਤਾਂ ਕਿ ਤੁਹਾਨੂੰ ਕਿਸੇ ਵੀ ਫਾਰਮ 'ਚ ਕਿੱਦਾਂ ਦਾ ਵੀ ਕੁਐਸਚਨ ਆਵੇ ਤੁਸੀਂ ਉਹਨੂੰ ਵਧੀਆ ਤਰ੍ਹਾਂ ਦੇ ਨਾਲ ਅਟੈਂਪਟ ਕਰਕੇ ਆਓ। ਸੋ ਜਿੰਨੇ ਵੀ ਮੋਸਟ ਇੰਪੋਰਟੈਂਟ ਕਨਸੈਪਟਸ ਹੈਗੇ ਆ ਮੈਂ ਟਰਾਈ ਕੀਤਾ ਸੀਗਾ ਕਿ ਉਹਨਾਂ ਨੂੰ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਵਰ ਕਰ ਸਕਾਂ, ਜੋ ਨੌਰਥ ਸੈਟ ਦੀਆਂ ਪਈਆਂ ਹੋਈਆਂ ਜਾਂ ਬਾਬਾ ਫਰੀਦ ਦੀਆਂ ਹੋਰ ਪਈਆਂ ਹੋਈਆਂ। ਬਾਕੀ ਥਿਊਰੀ ਨੂੰ ਕਵਰ ਕਰਨ ਦੇ ਲਈ ਹੁਣ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕਲਾਸਿਸ ਲਾਉਂਗੀ ਐਂਡ ਉਹਦੇ ਵਿੱਚ ਆਪਾਂ ਕਨਸੈਪਚੁਅਲ ਕਲੈਰਿਟੀ ਕਰਾਂਗੇ ਐਂਡ ਨਾਲ ਇੰਪੋਰਟੈਂਟ ਕੁਐਸਚਨਸ ਵੀ ਦੇਖਿਆ ਕਰਾਂਗੇ। ਸੋ ਆਈ ਹੋਪ ਤੁਹਾਨੂੰ ਹੁਣ ਤੱਕ ਜੋ ਵੀ ਮੈਂ ਕੰਟੈਂਟ ਇੱਥੇ ਦਿੱਤਾ ਤੁਹਾਨੂੰ ਵਧੀਆ ਲੱਗਾ ਹੋਊਗਾ ਐਂਡ ਐਗਜ਼ਾਮ ਦੇ ਵਿੱਚ ਤੁਹਾਡੀ ਉਹ ਕੰਟੈਂਟ ਹੈਲਪ ਕਰੇ। ਆਈ ਵਿਸ਼ ਐਂਡ ਬਹੁਤ ਬਹੁਤ ਤੁਹਾਡੇ ਲਈ ਬੈਸਟ ਵਿਸ਼ੇਸ ਮੇਰੇ ਵੱਲੋਂ ਫॉर योर ਐਗਜ਼ਾਮ। ਗੁੱਡ ਲੱਕ ਟੂ ਆਲ ਆਫ ਯੂ। ਵਧੀਆ ਤਰ੍ਹਾਂ ਦੇ ਨਾਲ ਐਗਜ਼ਾਮ ਕਰਕੇ ਆਓ ਐਂਡ ਡੈਫੀਨੇਟਲੀ ਤੁਸੀਂ ਕ੍ਰੈਕ ਕਰੋਗੇ, ਬਸ ਕੌਨਫੀਡੈਂਸ ਆਪਣੇ ਅੰਦਰ ਰੱਖਣਾ। ਸੋ ਵਨਸ ਅਗੇਨ ਥੈਂਕ ਯੂ ਸੋ ਮਚ ਫॉर ਪ੍ਰੋਵਾਈਡਿੰਗ ਸੋ ਮਚ ਸਪੋਰਟ ਟੂ ਦਿਸ ਚੈਨਲ ਐਂਡ ਆਈ ਹੋਪ ਤੁਸੀਂ ਅੱਗੇ ਵੀ ਇਸ ਚੈਨਲ ਦੇ ਨਾਲ ਜੁੜੇ ਰਹੋਗੇ। ਸੋ ਇੱਥੇ ਹੀ ਆਪਾਂ ਇਸ ਵੀਡੀਓ ਨੂੰ ਐਂਡ ਕਰਦੇ ਹਾਂ। ਸੋ ਬਹੁਤ ਜਲਦ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਵਿੱਚ ਫॉर BFGHS ਟਿਊਟਰ ਐਗਜ਼ਾਮ ਪ੍ਰੈਪਰੇਸ਼ਨ ਦੇ ਨਾਲ। So till that time stay tuned and thank you so much for watching. Bye bye and all the best.